ਹੈਲੋ ਦੋਸਤੋ, ਅੱਜ ਆਪਾਂ ਕਨਸਟੀਟਿਊਸ਼ਨ ਦਾ ਚੌਥਾ ਪਾਰਟ ਕਰਾਂਗੇ ਜੀ, ਜਿਸ ਵਿੱਚ ਫੰਡਾਮੈਂਟਲ ਡਿਊਟੀਜ਼ ਅਤੇ ਡਾਇਰੈਕਟਿਵ ਪ੍ਰਿੰਸੀਪਲ ਪੜ੍ਹਾਂਗੇ। ਮਤਲਬ ਕਿ ਮੌਲਿਕ ਕਰਤੱਵ ਅਤੇ ਨੀਤੀ ਨਿਰਦੇਸ਼ਕ ਸਿਧਾਂਤ ਪੜ੍ਹਾਂਗੇ। ਅਤੇ ਇਹਦੇ ਬਾਰੇ ਤੁਹਾਨੂੰ ਪਤਾ ਹੈ ਕਿ ਬਹੁਤ ਕੁਐਸਚਨ ਆਏ ਸੀ ਸਬ ਇੰਸਪੈਕਟਰ ਦੇ ਵਿੱਚ ਵੀ, ਅਤੇ ਜਿੰਨੇ ਵੀ ਐਗਜ਼ਾਮ ਆਉਂਦੇ ਆ ਜੀ ਸੈਂਟਰ ਦੇ, ਸਟੇਟ ਗੌਰਮੈਂਟ ਦੇ, ਉਹਨਾਂ ਵਿੱਚ ਇਹ ਚੀਜ਼ਾਂ ਬਾਰੇ ਪੁੱਛਿਆ ਜਾਂਦਾ ਜੀ। ਆਪਾਂ ਅੱਜ ਇਹਨਾਂ ਦੇ ਬਾਰੇ ਮਤਲਬ ਕਿ ਥਿਊਰੀ ਕਰਾਂਗੇ ਜੀ, ਨਾਲੇ ਜਿਹੜੇ ਕੋਈ ਵੀ ਇੰਪੋਰਟੈਂਟ ਕੁਐਸਚਨ ਹੈਗੇ ਬਣਦੇ ਨੇ ਉਹਨਾਂ ਬਾਰੇ ਦੱਸਾਂਗੇ ਜੀ ਪੁਆਇੰਟ। ਅਤੇ ਆਪਾਂ ਸਟਾਰਟ ਕਰਦੇ ਹਾਂ ਜੀ। ਪਹਿਲਾਂ ਕਰਦੇ ਹਾਂ ਜੀ ਨੀਤੀ ਨਿਰਦੇਸ਼ਕ ਜੀ। ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਹੁੰਦੇ ਜੀ, ਜਿਨ੍ਹਾਂ ਨੂੰ ਡਾਇਰੈਕਟਿਵ ਪ੍ਰਿੰਸੀਪਲ ਕਿਹਾ ਜਾਂਦਾ। ਅਤੇ ਜਿਹੜੇ ਮਤਲਬ ਕਿ ਇਹਨਾਂ ਦੇ ਮਤਲਬ ਕਿ ਸੁਝਾਅ ਸੀ, ਜਿਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਕਿਹਦੇ ਦੁਆਰਾ ਕੀਤਾ ਗਿਆ ਸੀ ਜੀ? ਸਰ BN ਰਾਓ ਦੇ ਸੁਝਾਅ ਰਾਹੀਂ ਇਹਨੂੰ ਐਡ ਕੀਤਾ ਗਿਆ ਸੀ ਸੰਵਿਧਾਨ ਦੇ ਅੰਦਰ। ਅਤੇ ਇਹ ਆਇਰਲੈਂਡ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਲਿਆ ਸੀ ਜੀ ਨੀਤੀ ਨਿਰਦੇਸ਼ਕ। ਅਤੇ ਇਹਨੂੰ ਭਾਗ ਚੌਥੇ ਵਿੱਚ ਰੱਖਿਆ ਗਿਆ ਜੀ। ਅਤੇ ਇਹਨਾਂ ਸਿਧਾਂਤਾਂ ਦੇ ਆਧਾਰ 'ਤੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੀਆਂ ਨੀਤੀਆਂ, ਕਾਰਜਕ੍ਰਮ ਦੇ ਪ੍ਰੋਗਰਾਮ ਬਣਾਉਣ ਲਈ ਨਿਰਦੇਸ਼ ਦਿੱਤਾ ਗਿਆ ਹੈ ਜੀ। ਅਤੇ ਬਾਕੀ PDF ਦੇ ਵਿੱਚ ਤੁਸੀਂ ਜਿਹੜੀ ਪ੍ਰੋਪਰ ਜਾਣਕਾਰੀ ਪੜ੍ਹ ਸਕਦੇ ਹੋ ਜੀ। ਬਾਕੀ ਜਿਹੜੀ ਵੀ ਇਨਫੋਰਮੇਸ਼ਨ ਤੁਹਾਨੂੰ ਮੈਂ ਸ਼ਾਰਟ ਵੇ ਨਾਲ ਅਤੇ ਚੰਗੀ ਤਰੀਕੇ ਨਾਲ ਸਮਝਾ ਸਕਾਂ ਉੱਦਾਂ ਕਰਾਂਗਾ ਜੀ। ਅਤੇ ਇਹ ਹੁਣ ਆਪਾਂ ਗੱਲ ਕਰਦੇ ਹਾਂ ਰਾਜ ਦੇ ਆਰਟੀਕਲ ਦੀ। ਅਤੇ ਆਰਟੀਕਲ ਹੈ ਜੀ ਇਹਦੇ 36 ਤੋਂ ਲੈ ਕੇ 51 ਤੱਕ। ਅਤੇ ਭਾਗ 4 ਵਿੱਚ ਆਉਂਦੇ ਆ ਜੀ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਜਿਨ੍ਹਾਂ ਨੂੰ ਡਾਇਰੈਕਟਿਵ ਪ੍ਰਿੰਸੀਪਲ ਆਫ ਦੀ ਸਟੇਟ ਪਾਲਿਸੀ ਕਿਹਾ ਜਾਂਦਾ ਜੀ। ਅਤੇ ਇਹਨਾਂ ਦੀ ਇਹ ਹੈ ਕਿ ਜੇ ਇਹਨਾਂ ਦੀ ਉਲੰਘਣਾ ਪਾਲਣਾ ਵਗੈਰਾ ਨਹੀਂ ਹੁੰਦੀ ਤਾਂ ਆਪਾਂ ਕੋਰਟ ਜਾਂ ਨਿਆਂ ਵਿੱਚ, ਨਿਆਂਸ਼ੀਲ ਜਿਹੜਾ ਵੀ ਵਿਦਿਆਲਿਆ ਹੁੰਦਾ, ਜਿੱਦਾਂ ਆਪਣਾ ਸੁਪਰੀਮ ਕੋਰਟ, ਹਾਈ ਕੋਰਟ ਵਗੈਰਾ ਗਏ, ਇਹਨਾਂ ਵਿੱਚ ਆਪਾਂ ਕੇਸ ਨਹੀਂ ਕਰ ਸਕਦੇ। ਅਤੇ ਜਿੱਦਾਂ ਮੌਲਿਕ ਅਧਿਕਾਰਾਂ ਦਾ ਆਪਾਂ ਜੇ ਉਲੰਘਣਾ ਹੁੰਦੀ ਤਾਂ ਕੇਸ ਕਰ ਸਕਦੇ ਆ ਨਾ, ਅਤੇ ਪਰ ਇਹਨਾਂ ਦੇ ਵਿੱਚ ਆਪਾਂ ਕੇਸ ਨਹੀਂ ਕਰ ਸਕਦੇ। ਅਤੇ ਆਰਟੀਕਲ 36 ਦੇ ਵਿੱਚ ਰਾਜ ਦੀ ਪਰਿਭਾਸ਼ਾ, ਕਾਨੂੰਨ ਬਣਾਉਣ ਦੇ ਸਾਰੇ ਪ੍ਰੋਸੈਸ ਦੱਸੇ ਗਏ ਨੇ ਜੀ ਸਰਕਾਰ ਨੂੰ, ਕਿ ਰਾਜ ਸਰਕਾਰ ਕਿੱਦਾਂ ਕਾਨੂੰਨ ਬਣਾਉਣਗੇ, ਸਾਰਾ ਕੁਛ ਜੀ। ਕਿਉਂਕਿ ਸਿਧਾਂਤ ਹੈ ਜੀ, ਇਹਨਾਂ ਨੂੰ ਫੋਲੋ ਕਰਕੇ ਹੀ ਸਾਰੇ ਕੰਮ ਕੀਤੇ ਜਾਂਦੇ ਆ ਜੀ। ਅਤੇ ਆਰਟੀਕਲ 37 ਵਿੱਚ ਇਹ ਹੁੰਦਾ ਕਿ ਜਿਹੜੇ ਇਸ ਵਿੱਚ ਵਿਚਲੇ ਸਿਧਾਂਤ ਜਿੰਨੇ ਵੀ ਹੈਗੇ ਜੀ 36 ਤੋਂ ਲੈ ਕੇ 51 ਤੱਕ, ਇਹ ਲਾਗੂ ਹੋਣਾ, ਉਹਨਾਂ ਬਾਰੇ ਕਿਹਾ ਜਾਂਦਾ ਕਿ ਇਹ ਲਾਗੂ ਕਰਨੇ ਜ਼ਰੂਰੀ ਨੇ ਜੀ। ਇਹ ਗੱਲਾਂ ਧਿਆਨ ਰੱਖਣਾ ਵਿੱਚ ਤੁਸੀਂ ਇਹ ਚੀਜ਼ਾਂ ਦਾ, ਕਿ ਜਦੋਂ ਸਿਧਾਂਤ ਮਤਲਬ ਕਿ ਕੋਈ ਵੀ ਚੀਜ਼ ਬਣਾਉਂਦੇ ਨੇ ਜਾਂ ਕੋਈ ਕਾਨੂੰਨ ਵਗੈਰਾ ਬਣਾਉਂਦੇ ਨੇ, ਇਹ ਚੀਜ਼ਾਂ ਨੂੰ ਲਾਗੂ ਕਰਦੇ ਨੇ ਵਿੱਚ ਪਹਿਲਾਂ। ਅਤੇ ਆਰਟੀਕਲ ਜਿਹੜਾ 38 ਹੈ ਜੀ, ਉਹ ਲੋਕ ਕਲਿਆਣ ਲਈ ਸਮਾਜਿਕ ਵਿਵਸਥਾ ਨਾਲ ਸੰਬੰਧਿਤ ਆ ਜੀ। ਆਰਟੀਕਲ ਜਿਹੜਾ 39 ਹੈ ਜੀ, ਸਮਾਨ ਕੰਮ ਲਈ ਸਮਾਨਤਾ, ਸਮਾਨ ਤਨਖਾਹ, ਮਤਲਬ ਕਿ ਜਿਹੜਾ ਵੀ ਕੋਈ ਬੰਦਾ ਕੰਮ ਕਰ ਰਿਹਾ ਜੀ ਉਹਨੂੰ ਸਮਾਨ ਹੀ ਤਨਖਾਹ ਦੇਣੀ ਆ, ਕਿਸੇ ਨੂੰ ਵੱਧ ਜਾਂ ਘੱਟ ਨਹੀਂ ਦੇਣੀ। ਅਤੇ ਜੇ ਮਤਲਬ ਕੋਈ ਚੀਜ਼ ਦੀ ਵੰਡ ਵੀ ਕਰਨੀ ਆ ਤਾਂ ਬਰਾਬਰ ਕਰਨੀ ਆ, ਕਿ ਸਭ ਨੂੰ ਇੱਕ ਹੀ ਸਮਝਣਾ। ਅਤੇ ਆਰਟੀਕਲ 39 ਇਹ ਹੈ ਜੀ, ਜੇ ਕੋਈ ਹੈ ਪਰਸਨ ਜਿਹੜਾ ਕਿ ਵਕੀਲ ਹਾਇਰ ਨਹੀਂ ਕਰ ਸਕਦਾ ਕਿਸੇ ਕਾਨੂੰਨੀ ਸਹਾਇਤਾ ਵਾਸਤੇ, ਤਾਂ ਰਾਜ ਦਾ ਫਰਜ਼ ਹੈ ਕਿ ਉਹਨੂੰ ਸਰਕਾਰੀ ਵਕੀਲ ਹਾਇਰ ਕਰਕੇ ਦੇਵੇ। ਅਤੇ ਸਬ ਇੰਸਪੈਕਟਰ ਵਿੱਚ ਇਹ 39A ਦਾ ਆਇਆ ਸੀ ਸਵਾਲ, ਸਬ ਸੈਕਸ਼ਨ ਵਾਲਾ, ਅਤੇ ਇਹ ਗੱਲ ਨੂੰ ਧਿਆਨ ਰੱਖਿਓ ਜੀ। ਅਤੇ ਆਰਟੀਕਲ 40 ਬਹੁਤ ਇੰਪੋਰਟੈਂਟ ਆ ਜੀ, ਪਿੰਡ ਪੰਚਾਇਤਾਂ ਦਾ ਸੰਗਠਨ ਹੈ ਜੀ। ਇਹ ਆਰਟੀਕਲ 40 ਦੇ ਵਿੱਚ ਲਿਖਿਆ ਗਿਆ ਜੀ। ਅਤੇ ਇਹਨੂੰ ਗਾਂਧੀ ਅਨੁਛੇਦ ਵੀ ਕਿਹਾ ਜਾਂਦਾ ਵਾ, ਕਿ ਯਾਰ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਜੀ, ਗਾਂਧੀ ਅਨੁਛੇਦ ਕਿਹੜੇ ਆਰਟੀਕਲ ਨੂੰ ਕਿਹਾ ਜਾਂਦਾ ਜੀ? ਆਰਟੀਕਲ 40। ਅਤੇ ਆਰਟੀਕਲ 41 ਦੱਸਦਾ ਜੀ ਕੰਮ, ਸਿੱਖਿਆ, ਲੋਕ ਸਹਾਇਤਾ ਕੁਛ ਸਹੂਲਤਾਂ ਵਿੱਚ ਪਾਉਣ ਦਾ ਅਧਿਕਾਰ। ਮਤਲਬ ਕਿ ਕੰਮ, ਸਿੱਖਿਆ, ਲੋਕ ਜਿਹੜੀ ਹੈਗੀ ਆ ਜੀ, ਉਹਨਾਂ ਨੂੰ ਪਾਉਣ ਦਾ ਅਧਿਕਾਰ ਦਿੱਤਾ ਗਿਆ ਆਰਟੀਕਲ 21 ਵਿੱਚ, ਕਿ ਕਿਹੜੀਆਂ ਸਹੂਲਤਾਂ ਵਿੱਚ। ਜਿੱਦਾਂ ਮਤਲਬ ਸਿੱਖਿਆ ਦਾ ਕਹਿੰਦੇ ਨਾ ਕਿ 6 ਤੋਂ ਲੈ ਕੇ 14 ਸਾਲ ਦੇ ਅੰਦਰ ਲਾਜ਼ਮੀ ਆ ਜੀ, ਕੰਮ 8 ਘੰਟੇ ਹੋਣਾ ਚਾਹੀਦਾ, ਜ਼ਿਆਦਾ ਨਹੀਂ ਚਾਹੀਦਾ। ਇਹ ਚੀਜ਼ਾਂ ਨੂੰ ਮੁੱਖ ਰੱਖਿਆ ਜੀ, ਚੀਜ਼ਾਂ ਇਹਨੂੰ ਐਕਸਪਲੇਨ ਦੇ ਵਿੱਚ ਦੱਸਾਂ ਤੁਹਾਨੂੰ ਮੈਂ। ਅਤੇ 42 ਦੇ ਵਿੱਚ ਲਿਖਿਆ ਕਿ ਕੰਮ ਦੀ ਨਿਆਂਪੂਰਨ ਅਤੇ ਮਨੁੱਖ ਉਚਿਤ ਹਾਲਤਾਂ ਦਾ ਜਣੇਪਾ ਪਾਉਣ ਦਾ ਅਧਿਕਾਰ। ਮਤਲਬ ਕਿ ਜਿੱਥੇ ਉਹ ਕੰਮ ਕਰ ਰਿਹਾ ਉਹ ਪ੍ਰਦੂਸ਼ਿਤ ਨਾ ਹੋਵੇ, ਸਥਾਨ ਵਧੀਆ ਹੋਵੇ, ਕੰਮ ਦਾ ਪ੍ਰਬੰਧ ਹੋਵੇ, ਕਿ ਕਿਸੇ ਦੀ ਜਾਨ ਨੂੰ ਖਤਰਾ ਨਾ ਹੋਵੇ। ਆਰਟੀਕਲ 43 ਦਾ ਜੀ ਕੰਮ ਹੈ ਜੀ ਨਿਰਬਾਹ, ਮਜ਼ਦੂਰੀ ਆਦਿ, ਮਤਲਬ ਕਿ ਜਿਹੜੀ ਉਹਨਾਂ ਨੂੰ ਮਜ਼ਦੂਰੀ ਵਗੈਰਾ ਮਿਲਣੀ ਹੈ, ਸਨਮਾਨ ਮਿਲਣੀ ਆ, ਕੋਈ ਵੱਧ ਘੱਟ ਨਾ ਹੋਵੇ, ਨਾ ਉਹਨਾਂ ਨੂੰ ਕੋਈ ਮਤਲਬ ਕਿ ਉਹਨਾਂ ਨੂੰ ਕਿਹਦਾ ਹੱਕ ਨਾ ਉਹਨਾਂ ਦਾ ਮਾਰਿਆ ਜਾਵੇ, ਉਹਨਾਂ ਨੂੰ ਹੱਕ ਉਹਨਾਂ ਦਾ ਬੰਦ ਦਿੱਤਾ ਜਾਵੇ। 43 ਇਹ ਆ ਜੀ ਉਦਯੋਗਿਕ ਪ੍ਰਬੰਧ ਵਿੱਚ ਕਾਮਿਆਂ ਦਾ ਭਾਗ ਲੈਣਾ ਜੀ, ਕਿ ਉਹ ਕੰਮ ਕਰ ਸਕਦੇ ਨੇ ਉਹਨਾਂ ਅੰਦਰ। ਆਰਟੀਕਲ 43B ਆ ਜੀ ਸਹਿਕਾਰੀ ਸੁਸਾਇਟੀਆਂ ਨੂੰ ਵਧਾਵਾ ਦੇਣਾ ਵਾ। ਇਹ ਗੱਲ ਮੇਨ ਸਿੱਧੀਆਂ ਚੀਜ਼ਾਂ ਨੇ ਜੀ, ਇਹਨੂੰ ਤੁਸੀਂ ਸਮਝਣ 'ਚ ਕੋਈ ਹੈਗਾ ਨਹੀਂ ਆ। ਅਤੇ ਆਰਟੀਕਲ 44 ਆ ਜੀ, ਇਹ ਵੀ ਸਬ ਇੰਸਪੈਕਟਰ ਦੇ ਇੰਟੈਲੀਜੈਂਸ ਵਾਲੇ 'ਚ ਆਇਆ ਸੀ, ਉਹ ਸਬ ਇੰਸਪੈਕਟਰ 'ਚ ਵੀ ਆਇਆ ਸੀ ਇੰਟੈਲੀਜੈਂਸ ਵਾਲੇ ਦਿਨ। ਇਹ 2-3 ਵਾਰੀ ਰਿਪੀਟ ਹੋਇਆ ਸੀ। ਸਿਵਲ ਸਮਾਨ, ਸਿਵਲ ਸਹਾਇਤਾ ਵਾ ਜੀ, ਜਾਂ ਸਿਵਲ ਰਾਈਟ ਵੀ ਕਹਿ ਸਕਦੇ ਇਹਨੂੰ, ਜਾਂ ਕੋਡ ਵਗੈਰਾ ਕਹਿ ਸਕਦੇ ਨੇ। ਤਾਂ ਤੁਹਾਨੂੰ ਪਤਾ ਲੱਗ ਜਾਊਗਾ ਜੀ ਨੀਤੀ ਨਿਰਦੇਸ਼ਕ ਦੇ ਵਿੱਚ 44 ਆਰਟੀਕਲ ਹੈ ਇਹ। ਅਤੇ ਆਰਟੀਕਲ 45 ਦੇ ਵਿੱਚ ਲਿਖਿਆ ਹੈ ਕਿ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁੱਢਲੀ ਬਾਲ ਅਵਸਥਾ ਅਤੇ ਦੇਖ ਰੇਖ ਅਤੇ ਸਿੱਖਿਆ ਦਾ ਪ੍ਰਬੰਧ ਕਰਨਾ। ਜਿੱਦਾਂ ਆਂਗਣਵਾੜੀ ਹੋ ਗਏ ਜੀ, ਜਾਂ ਉਹਨਾਂ ਨੂੰ ਕੋਈ ਸਹੂਲਤ ਦੇਣੀ ਆ ਖਾਣ ਪੀਣ ਦੀ, ਕਿ ਉਹਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ, ਉਹਨਾਂ ਦੀ ਜਿਹੜੀ ਸਿੱਖਿਆ ਵੀ ਹੋਊਗੀ ਜੀ ਉਹਨਾਂ ਦਾ ਧਿਆਨ ਰੱਖਿਆ ਜਾਵੇ। ਇਹ ਰਾਜ ਸਰਕਾਰ ਨੂੰ ਸਿਧਾਂਤ ਵਿੱਚ ਦੱਸਿਆ ਗਿਆ ਕਿ ਇਹ ਚੀਜ਼ ਨੂੰ ਵੀ ਫੋਲੋ ਤੁਸੀਂ ਕਰਨਾ ਵਾ।
ਆਰਟੀਕਲ ਜਿਹੜਾ 46 ਆ ਜੀ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਵਰਗਾਂ ਦੇ ਲਈ ਸਿੱਖਿਆ ਅਤੇ ਆਰਥਿਕ ਹਿੱਤਾਂ ਦੀ ਤਰੱਕੀ, ਮਤਲਬ ਕਿ ਉਹਨਾਂ ਨੂੰ ਸਿੱਖਿਆ ਦੇਣੀ ਅਤੇ ਉਹਨਾਂ ਦੇ ਆਰਥਿਕ ਹਿੱਤ ਵੇਖਣੇ ਅਤੇ ਉਹਨਾਂ ਨੂੰ ਜੇ ਕੋਈ ਬਣਦੀ ਸਹੂਲਤ ਦੇਣੀ ਆ ਜੀ। ਆਰਟੀਕਲ 47 ਵਿੱਚ ਕੰਪੋਸ਼ਣ, ਸਵਾਸਥ ਮਤਲਬ ਕਿ ਸਿਹਤ ਅਤੇ ਜੀਵਨ ਮਿਆਰ ਨੂੰ ਉੱਚਿਆਂ ਕਰਨ ਦਾ ਕਰਤੱਵ, ਮਤਲਬ ਕਿ ਕੋਈ ਬੰਦਾ ਜੀ ਉਹ ਜਿੱਦਾਂ ਗਰੀਬ ਕੋਈ ਬੰਦਾ ਹੈਗਾ ਵਾ ਉਹਦੀ ਮਤਲਬ ਕਿ ਸਿਹਤ ਦੀ ਧਿਆਨ ਰੱਖਣਾ, ਜੀਵਨ ਮਿਆਰ ਉਹਦਾ ਉੱਚਾ ਹੋ ਜਾਵੇ ਅਤੇ ਉਹਨੂੰ ਸੰਤੁਲਿਤ ਆਹਾਰੀ ਸਾਰਾ ਕੁਛ ਵਗੈਰਾ ਮਿਲੇ, ਪ੍ਰੋਵਾਈਡ ਹੋਵੇ। ਇਹ ਕਰਤੱਵ ਸਰਕਾਰ ਦਾ ਜੀ, ਰਾਜ ਸਰਕਾਰ ਜਾਂ ਕੇਂਦਰ ਦਾ। ਅਤੇ ਆਰਟੀਕਲ 48 ਆ ਜੀ, ਖੇਤੀ ਪਸ਼ੂ ਪਾਲਣ ਦਾ ਸੰਗਠਨ, ਅਤੇ ਇਹ ਵੀ ਆਰਟੀਕਲ ਸਬ ਇੰਸਪੈਕਟਰ ਦੇ ਪੇਪਰ ਦੇ ਵਿੱਚ ਆਇਆ ਹੋਇਆ ਸੀ ਜੀ, ਕਿਉਂਕਿ ਸਬ ਇੰਸਪੈਕਟਰ ਦੇ ਵਿੱਚ ਸਬ ਸੈਕਸ਼ਨ ਵੀ ਆਏ ਸੀ, ਇਹ ਤੁਹਾਨੂੰ ਵੀ ਪਤਾ ਵਾ ਜੀ। ਆਰਟੀਕਲ 48 ਇਹ ਆ ਜੀ, ਵਾਤਾਵਰਨ ਦੀ ਸੁਰੱਖਿਆ ਅਤੇ ਵਧੀਆ ਬਣਾਉਣਾ ਅਤੇ ਵਨ ਜੀਵਾਂ ਦੀ ਸੁਰੱਖਿਆ, ਅਤੇ ਇਹ ਵੀ ਪੇਪਰ 'ਚ ਰਿਪੀਟ ਹੋਇਆ ਸੀ ਸਵਾਲ ਜੀ। ਆਰਟੀਕਲ ਜਿਹੜਾ 49 ਜੀ, ਉਹ ਕਹਿੰਦਾ ਹੈ ਜੀ ਕੌਮੀ ਮਹੱਤਤਾ ਦੀਆਂ ਯਾਦਗਾਰਾਂ ਅਤੇ ਸਥਾਨਾਂ ਅਤੇ ਚੀਜ਼ਾਂ ਦੀ ਹਿਫਾਜ਼ਤ, ਮਤਲਬ ਕਿ ਕੋਈ ਵੀ ਜਿਹੜੇ ਇਤਿਹਾਸਕ ਸਮਾਰਕ ਵਗੈਰਾ ਹੈਗੇ ਨੇ ਜੀ ਉਹਨਾਂ ਦੀ ਸੁਰੱਖਿਆ ਕਰਨੀ ਹੈ ਜੀ, ਉਹਨਾਂ ਚੀਜ਼ਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ। ਆਰਟੀਕਲ ਜਿਹੜਾ 50 ਜੀ, ਉਹ ਲਿਖਦਾ ਜੀ ਕਾਰਜਪਾਲਿਕਾ ਨਾਲੋਂ ਵਿਧਾਨਪਾਲਿਕਾ ਦਾ ਵੱਖਰਾ, ਮਤਲਬ ਕਿ ਜਿਹੜਾ ਕਾਰਜਪਾਲਿਕਾ ਦਾ ਕੰਮ ਆਣਾ ਜੀ ਉਹ ਨਿਆਂਪਾਲਿਕਾ ਨੂੰ ਵੱਖਰਾ ਹੋਵੇ, ਕੋਈ ਵਿੱਚ ਉਹਨਾਂ ਦੇ ਆਪਸੀ ਨਹੀਂ ਸੰਬੰਧ ਨਾ ਕੋਈ ਹੋਣ, ਮਤਲਬ ਕਿ ਉਹ ਆਪਣਾ ਕੰਮ ਕਰੇ ਜੀ, ਉਹ ਆਪਣਾ ਕੰਮ ਕਰੇ। ਆਰਟੀਕਲ 51 ਹੈ ਜੀ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੀ ਤਰੱਕੀ, ਮਤਲਬ ਕਿ ਕੋਈ ਵੀ ਰਾਜ ਦੇ ਵਿੱਚ ਕੋਈ ਝਗੜਾ ਵਗੈਰਾ ਨਾ ਹੋਵੇ, ਕਿ ਸੁਰੱਖਿਆ ਰੱਖਣੀ ਯਕੀਨੀ ਬਣਾਉਣੀ ਹੈ ਕਿ ਉੱਥੋਂ ਦੇ ਜਿਹੜੇ ਲੋਕ ਹੈ ਜੀ ਉਹ ਵੀ ਸੁਰੱਖਿਆ ਰਹਿਣ। ਅਤੇ ਅੱਗੇ ਆ ਕਿ ਨੀਤੀ ਨਿਰਦੇਸ਼ਕ ਜਿਹੜੇ ਸਿਧਾਂਤ ਹੈ ਜੀ, ਇਹਨਾਂ ਦਾ ਉਦੇਸ਼ ਹੈ ਜੀ ਕਾਹਦੇ ਲਈ ਬਣਾਇਆ ਗਿਆ ਸੀ, ਇਹ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਨ ਲਈ ਅਤੇ ਕਲਿਆਣਕਾਰੀ ਰਾਜ ਦੀ ਸਥਾਪਨਾ ਕਰਨ ਲਈ, ਕਿ ਸੰਵਿਧਾਨ ਵਿੱਚ ਇਸ ਨੂੰ ਜੋੜਿਆ ਗਿਆ ਸੀ ਕਿ ਸਮਾਜ ਭਲਾਈ ਵੀ ਇਹਦਾ ਕੰਮ ਹੈ ਜੀ। ਰਾਜ ਦੇ ਨੀਤੀ ਨਿਰਦੇਸ਼ਕ ਇੱਕ ਐਸਾ ਚੈੱਕ ਹੈ ਜੋ ਬੈਂਕ ਦੀ ਸੁਵਿਧਾ ਅਨੁਸਾਰ ਅਦਾ ਕਰੀ ਜਾਵੇਗੀ। ਇਹ ਗੱਲ KT ਸ਼ਾਹ ਨੇ ਕਹੀ ਸੀ ਜੀ, ਇਹ ਐਗਜ਼ਾਮ ਦੇ ਵਿੱਚ ਰਿਪੀਟ ਹੋਇਆ ਸੀ ਕਿ ਇਹ ਲਾਈਨ ਕਿਹਨੇ ਕਹੀ ਸੀ, ਤਾਂ ਇੰਪੋਰਟੈਂਟ ਹੈ, ਇਹਨੂੰ ਯਾਦ ਰੱਖਣਾ ਜੀ। ਅੱਗੇ ਮੌਲਿਕ ਕਰਤੱਵ ਦੇ ਬਾਰੇ ਗੱਲ ਕਰਦੇ ਹਾਂ, ਭਾਗ 4A ਦੇ ਅੰਦਰ ਰੱਖੇ ਗਏ ਸੀ ਜੀ ਆਰਟੀਕਲ 51A, ਇਹ ਦੋਵੇਂ ਚੀਜ਼ਾਂ ਪੁਆਇੰਟ ਜ਼ਰੂਰੀ ਹੈ ਜੀ। ਅਤੇ ਮੌਲਿਕ ਕਰਤੱਵ ਜਿਹੜੇ ਸ਼ਾਮਲ ਕੀਤੇ ਗਏ ਸੀ ਜੀ ਸੰਵਿਧਾਨ ਦੇ ਅੰਦਰ, ਸਰਦਾਰ ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਨਾਲ ਕੀਤੇ ਗਏ ਸੀ, ਅਤੇ ਸੰਵਿਧਾਨ ਦੇ ਵਿੱਚ 42ਵੀਂ ਸੋਧ 1976 ਦੇ ਤਹਿਤ ਮੌਲਿਕ ਕਰਤੱਵ ਸ਼ਾਮਲ ਕੀਤੇ ਗਏ ਸੀ। ਜਦੋਂ ਮੌਲਿਕ ਜਿਹੜੇ ਕਰਤੱਵ ਸੀ ਜੀ ਜਦੋਂ ਸ਼ਾਮਲ ਕੀਤੇ ਗਏ ਸੀ ਉਦੋਂ ਪੂਰੇ 10 ਸੀ, ਅਤੇ ਬਾਅਦ ਵਿੱਚ 11ਵਾਂ ਕਰਤੱਵ 14 ਸਾਲ ਦੇ ਬੱਚਿਆਂ ਨੂੰ ਸਿੱਖਿਆ ਦਿਵਾਉਣਾ 86ਵੀਂ ਸੋਧ 2002 ਰਾਹੀਂ ਮਤਲਬ ਕਿ ਸੰਵਿਧਾਨ ਵਿੱਚ ਜੋੜਿਆ ਗਿਆ ਸੀ ਜੀ ਇਹਨੂੰ। ਅਤੇ ਸੋਧਾਂ ਵੀ ਯਾਦ ਰੱਖਣੀਆਂ ਜੀ, ਸੰਨ ਵੀ ਯਾਦ ਰੱਖਣੇ ਆ। ਅਤੇ ਮੌਲਿਕ ਕਰਤੱਵ ਜਿਹੜੀ ਸੋਵੀਅਤ ਸੰਘ ਰੂਸ ਤੋਂ ਲੈ ਗਿਆ ਸੀ। ਅੱਗੇ ਮੌਲਿਕ ਕਰਤੱਵ ਕਿਹੜੇ ਕਿਹੜੇ ਹੁੰਦੇ ਆ ਜੀ, ਬਾਕੀ ਇਹਦੇ ਵਿੱਚ ਲਿਖਿਆ ਹੋਇਆ ਜੀ ਇਹ ਬੁੱਕ ਦਾ, ਅਤੇ ਮੈਂ ਲਿਖੇ ਹੋਏ ਦੱਸੇ ਹੋਏ ਜੀ, ਅਤੇ ਜੇ ਤੁਸੀਂ ਪੜ੍ਹਨਾ ਪੜ੍ਹ ਲਿਓ। ਬਾਕੀ ਅੱਗੇ ਆਪਾਂ ਇਹ ਲਾਈਨ ਵਾਈਜ਼ ਹੀ ਭਾਵੇਂ ਯਾਦ ਕਰ ਲਿਓ। ਪਹਿਲੇ ਵਿੱਚ ਹੈਗਾ ਜੀ ਸੰਵਿਧਾਨ ਦੀ ਪਾਲਣਾ, ਇਸਦੇ ਆਦਰਸ਼ ਸੰਸਥਾਵਾਂ ਅਤੇ ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ ਜੀ, ਜਿਹੜੇ ਰਾਸ਼ਟਰੀ ਜੋ ਵੀ ਚਿੰਨ੍ਹ ਵਗੈਰਾ ਹੈਗੇ ਨੇ ਉਹਨਾਂ ਦਾ ਸਨਮਾਨ ਕਰਨਾ। ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਸਨਮਾਨ ਅਤੇ ਪਾਲਣਾ ਕਰਨਾ ਜੀ। ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦਾ ਸਮਰਥਨ ਅਤੇ ਰੱਖਿਆ ਕਰਨੀ। ਦੇਸ਼ ਦੀ ਰੱਖਿਆ ਅਤੇ ਪੁਕਾਰ ਅਤੇ ਰਾਸ਼ਟਰੀ ਸੇਵਾ ਕਰਨੀ ਜੀ, ਜੇ ਮੰਨ ਲਓ ਕੋਈ ਦੇਸ਼ 'ਤੇ ਕੋਈ ਆਂਚ ਵਗੈਰਾ ਹੁੰਦੀ ਤਾਂ ਰਾਸ਼ਟਰੀ ਸੇਵਾ ਕਰਨੀ, ਇਹ ਨਹੀਂ ਕਿ ਹੋਰ ਦੇਸ਼ ਨੂੰ ਭੱਜ ਜਾਣਾ। ਧਾਰਮਿਕ ਭਾਸ਼ਾਵਾਂ ਅਤੇ ਖੇਤਰ ਜਾਂ ਵਰਗੀ ਭਿੰਨਤਾਵਾਂ ਤੋਂ ਉੱਤੇ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿੱਚ ਮੇਲ ਮਿਲਾਪ ਅਤੇ ਸਾਂਝੇ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ, ਅਤੇ ਇਸਤਰੀਆਂ ਦੇ ਗੌਰਵ ਦੀ ਨਿਰਾਦਰੀ ਕਰਨ ਵਾਲੇ ਪ੍ਰਥਾਵਾਂ ਦਾ ਤਿਆਗ ਕਰਨਾ, ਮਤਲਬ ਕਿ ਸਾਰਿਆਂ ਨੂੰ ਇੱਕ ਹੀ ਸਮਝਣਾ, ਕੋਈ ਰੰਗ ਜਾਤ ਭਾਸ਼ਾਵਾਂ ਧਾਰਮਿਕ ਵਾਲੀ ਭਿੰਨਤਾਵਾਂ ਨਹੀਂ ਰੱਖਣੀ, ਮਤਲਬ ਕਿ ਉਹਨਾਂ ਨੂੰ ਕੋਈ ਵੱਖਰਾ ਨਹੀਂ ਸਮਝਣਾ, ਸਭ ਨੂੰ ਇੱਕ ਹੀ ਸਮਝਣਾ ਜੀ। ਅਤੇ ਜਿਹੜੇ ਇਸਤਰੀਆਂ ਦੇ ਗੌਰਵ ਮਤਲਬ ਕਿ ਸਨਮਾਨ ਨੂੰ ਠੇਸ ਪਹੁੰਚਾਉਂਦੀਆਂ ਪ੍ਰਥਾਵਾਂ ਜੀ, ਇਹਨਾਂ ਦਾ ਤਿਆਗ ਕਰਨਾ ਚਾਹੀਦਾ ਆਪਾਂ ਨੂੰ। ਅੱਗੇ ਕਿ ਸਾਂਝੇ ਸੱਭਿਆਚਾਰ ਦੇ ਸ਼ਾਨਦਾਰ ਵਿਰਸੇ ਦਾ ਆਦਰ ਕਰਨਾ ਅਤੇ ਇਸ ਨੂੰ ਕਾਇਮ ਰੱਖਣਾ। ਜੰਗਲਾਂ, ਝੀਲਾਂ, ਨਦੀਆਂ, ਜੰਗਲੀ ਜੀਵਾਂ ਅਤੇ ਕੁਦਰਤੀ ਵਾਤਾਵਰਨ ਦੀ ਰੱਖਿਆ ਕਰਨੀ ਅਤੇ ਜੀਵ ਜੰਤੂਆਂ ਪ੍ਰਤੀ ਦਇਆ ਕਰਨੀ। ਵਿਗਿਆਨ ਸਭਾ, ਮਾਨਵਤਾਵਾਦ, ਜਾਂਚ ਕਰਨ ਅਤੇ ਸੁਧਾਰ ਕਰਨ ਦੀ ਭਾਵਨਾ ਦਾ ਵਿਕਾਸ ਕਰਨਾ। ਜਨਤਕ ਸੰਪੱਤੀ ਦੀ ਰੱਖਿਆ ਕਰਨਾ ਅਤੇ ਹਿੰਸਾ ਦਾ ਤਿਆਗ ਕਰਨਾ। ਵਿਅਕਤੀ ਅਤੇ ਸਮੂਹਿਕ ਗਤੀਵਿਧੀਆਂ ਦੇ ਹਰੇਕ ਖੇਤਰ ਵਿੱਚ ਉੱਤਮਤਾ ਹਾਸਲ ਕਰਨਾ ਜੀ। ਅਤੇ ਬਾਕੀ ਮੈਂ 11ਵਾਂ ਦੱਸਿਆ ਸੀ, ਇੰਪੋਰਟੈਂਟ ਪੁੱਛ ਲੈਂਦੇ। ਜੇ ਮਾਤਾ ਪਿਤਾ ਜਾਂ ਸੰਸਕ੍ਰਿਤ ਹੈ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਉਮਰ ਵਾਲੇ ਆਪਣੇ ਜਿਹੋ ਜਿਹੀ ਦੀ ਸਥਿਤੀ ਹੋਰ ਬਾਲਗ ਜਾਂ ਪ੍ਰਤੀਪਾਲਕ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰ, ਮਤਲਬ ਕਿ ਤੁਹਾਨੂੰ ਮੈਂ ਦੱਸਿਆ ਜੀ 6 ਤੋਂ 14 ਸਾਲ ਵਾਲੇ ਬੱਚਿਆਂ ਨੂੰ ਮਤਲਬ ਕਿ ਪੜ੍ਹਾਈ ਜ਼ਰੂਰੀ ਆ ਜੀ, ਲਾਜ਼ਮੀ ਕੀਤੀ ਗਈ ਸੀ, ਇਹ ਕਰਤੱਵ ਹੈ ਜੀ ਕਿ ਪੜ੍ਹਾਉਣਾ ਚਾਹੀਦਾ ਤੁਹਾਨੂੰ। ਮੈਂ ਪੁਆਇੰਟ ਉੱਦਾਂ ਤੁਹਾਨੂੰ ਬੋਲੇ ਸੀ ਕਿਉਂਕਿ ਤੁਸੀਂ ਵੇਖ ਕੇ PDF ਤੋਂ ਦੇਖ ਸਕਦੇ ਹੋ, ਜਾਂ ਵੀਡੀਓ ਦੇ ਵਿੱਚ ਜਦੋਂ ਮੈਂ ਬੋਲ ਰਿਹਾ ਸੀ ਵੇਖ ਸਕਦੇ ਹੋ। ਅਤੇ ਕੁਝ ਚੀਜ਼ਾਂ ਮੈਂ ਮਤਲਬ ਕਿ ਨੈੱਟ ਵਗੈਰਾ ਤੋਂ ਜਿੱਦਾਂ ਮਤਲਬ ਕਿ ਕੋਈ ਐਗਜ਼ਾਮ ਦੇ ਵਿੱਚ ਆਈਆਂ ਸੀ ਉਹ ਚੀਜ਼ਾਂ ਮੈਂ ਲਈਆਂ ਸੀ,
तो बहुत ही ਜ਼ਰੂਰੀ ਨੇ। ਇਹ ਚੀਜ਼ਾਂ ਪੜ੍ਹ ਕੇ ਜਾਓਗੇ ਤੁਹਾਨੂੰ ਇਹ ਤੋਂ ਆਊਟ ਆਫ ਕੋਈ ਵੀ ਕੁਐਸਚਨ ਨਹੀਂ ਆ ਸਕਦਾ ਜੀ। ਤੇ ਬਾਕੀ ਆ ਕਿ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਪੁੱਛ ਸਕਦੇ ਜੀ। ਬਾਕੀ ਇੱਕ ਇੰਪੋਰਟੈਂਟ ਗੱਲ ਆ ਜੀ 6 ਤੋਂ 14 ਸਾਲ ਵਾਲੇ ਬੱਚਿਆਂ ਦੀ ਲਾਜ਼ਮੀ ਸਿੱਖਿਆ ਜੀ ਉਹ ਆਪਣਾ ਮੌਲਿਕ ਅਧਿਕਾਰ, ਮੌਲਿਕ ਕਰਤੱਵ ਅਤੇ ਨੀਤੀ ਨਿਰਦੇਸ਼ਕ ਦੇ ਵਿੱਚ ਆਉਂਦਾ ਜੀ। ਤੇ ਪੁੱਛ ਸਕਦੇ ਆ ਜੀ ਕਿਹਦੇ ਵਿੱਚ ਆਉਂਦਾ ਜੀ। ਮੌਲਿਕ ਅਧਿਕਾਰ 'ਚ ਮੌਲਿਕ ਕਰਤੱਵ ਇਕੱਲੇ ਵਿੱਚ ਨਹੀਂ ਆਉਂਦਾ, ਨੀਤੀ ਨਿਰਦੇਸ਼ਕ ਵਿੱਚ ਵੀ ਆਉਂਦਾ ਜੀ। ਤੇ ਆਰਟੀਕਲ ਸਾਰਿਆਂ ਯਾਦ ਰੱਖਣੇ ਆ, ਕਿਹੜਾ ਆਰਟੀਕਲ ਨਵਾਂ ਕਦੋਂ ਜੋੜਿਆ ਗਿਆ ਸੀ, ਕਿਹੜੀ ਡੇਟ ਨੂੰ ਜੋੜਿਆ ਗਿਆ, ਇਹ ਵੀ ਗੱਲਾਂ ਧਿਆਨ ਰੱਖਣਾ ਜੀ। ਬਾਕੀ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਜੀ ਪੁੱਛ ਸਕਦੇ ਹੋ ਜੀ। ਬਾਕੀ PDF ਦਾ ਲਿੰਕ ਜਿਹਨੂੰ ਚਾਹੀਦਾ ਵਾ PDF ਚਾਹੀਦਾ, ਬਾਕੀ ਮੈਨੂੰ ਸਾਰਿਆਂ ਨੇ ਕਹਿ ਰਹੇ ਸੀ ਕਿ ਇਹਦੀ ਪ੍ਰੋਵਾਈਡ ਕਰਿਓ, ਹਲੇ ਨਾ ਕਰਿਓ। ਤੇ ਜਦੋਂ ਵੀ ਮੈਨੂੰ ਆਪਣੇ ਪੂਰੇ ਹੁੰਦੇ ਨੇ ਤੇ ਮੈਂ ਤੁਹਾਨੂੰ PDF ਪ੍ਰੋਵਾਈਡ ਕਰ ਦੂੰਗਾ। ਬਾਕੀ ਆ ਕਿ ਜੇ ਕਿਸੇ ਨੂੰ Gmail 'ਤੇ ਚਾਹੀਦੇ ਨਹੀਂ ਤਾਂ ਟੈਲੀਗ੍ਰਾਮ ਦਾ ਗਰੁੱਪ ਸਾਡੇ ਇਸੇ ਵੀਡੀਓ ਦੇ ਅਬਾਊਟ 'ਚ ਮਿਲ ਜੂਗਾ, ਜਿਸ 'ਤੇ ਮੈਂ ਆਪਣੇ PDF ਪਾ ਦੇਣੇ ਆ ਜਦੋਂ ਵੀ ਆਪਣੇ ਪੂਰੇ ਹੋ ਜਾਂਦਾ ਟੋਪਿਕ ਕੌਂਸਟੀਟਿਊਸ਼ਨ ਦਾ।